ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਉਹ ਬਹੁਤ ਹੀ ਧਰਮਾਤਮਾ ਤੇ ਪਰਮਾਤਮਾ ਨੂੰ ਮੰਨਣ ਵਾਲਾ ਤੇ ਨਿਆਂਪ੍ਰਿਯ ਰਾਜਾ ਸੀ। ਉਹ ਕ੍ਰਿਸ਼ਨ ਭਗਵਾਨ ਦਾ ਬਹੁਤ ਵੱਡਾ ਭਗਤ ਸੀ। ਉਸਨੇ ਆਪਣੇ ਰਾਜ ਵਿੱਚ ਕ੍ਰਿਸ਼ਨ ਜੀ ਦਾ ਮੰਦਿਰ ਬਣਾਇਆ ਤੇ ਉਸ ਦੇ ਵਿੱਚ ਇੱਕ ਪੰਡਤ ਨੂੰ ਉਸ ਦਾ ਪੁਜਾਰੀ ਨਿਯੁਕਤ ਕੀਤਾ। ਉਹ ਪੰਡਤ ਵੀ ਬਹੁਤ ਚੰਗਾ ਤੇ ਇਮਾਨਦਾਰ ਇਨਸਾਨ ਸੀ। ਉਹ ਰਾਜੇ ਤੋਂ ਕਦੇ ਕੁਝ ਵੀ ਨਹੀਂ ਮੰਗਦਾ ਸੀ। ਉਸ ਤੋਂ ਰਾਜਾ ਵੀ ਬਹੁਤ ਜ਼ਿਆਦਾ ਪ੍ਰਸੰਨ ਸੀ। ਪੰਡਤ ਨੂੰ ਰਾਜ ਮੰਦਰ ਵਿੱਚ ਪੂਜਾ ਕਰਦੇ ਹੋਏ 10 ਸਾਲ ਬੀਤ ਗਏ ਸੀ, ਪਰ ਉਸਨੇ ਕਦੇ ਵੀ ਰਾਜੇ ਤੋਂ ਕੋਈ ਚੀਜ਼ ਦੀ ਮੰਗ ਨਹੀਂ ਕੀਤੀ ਸੀ। ਫਿਰ ਰਾਜੇ ਦੇ ਘਰ ਇੱਕ ਬੇਟਾ ਪੈਦਾ ਹੋਇਆ। ਉਸਨੇ ਆਪਣੇ ਬੇਟੇ ਨੂੰ ਪੜ੍ਹਾ ਲਿਖਾ ਕੇ ਵਿਦਵਾਨ ਬਣਾਇਆ ਤੇ ਉਸ ਦਾ ਵਿਆਹ ਇੱਕ ਸੁੰਦਰ ਰਾਜਕੁਮਾਰੀ ਦੇ ਨਾਲ ਕੀਤਾ। ਵਿਆਹ ਦੀ ਰਾਤ ਰਾਜਕੁਮਾਰੀ ਨੂੰ ਨੀਂਦ ਨਹੀਂ ਆ ਰਹੀ ਸੀ ਤੇ ਉਹ ਇੱਧਰ ਉੱਧਰ ਘੁੰਮਣ ਲੱਗੀ ਤੇ ਕਮਰੇ ਵਿੱਚੋਂ ਬਾਹਰ ਨਿਕਲ ਗਈ। ਜਦੋਂ ਵਾਪਸ ਆਪਣੇ ਕਮਰੇ ਵਿੱਚ ਆਈ ਤਾਂ ਉਸਨੇ ਦੇਖਿਆ ਕਿ ਹੀਰੇ ਜਵਾਹਰਾਤ ਨਾਲ ਜੜੀ ਹੋਈ ਤਲਵਾਰ ਉਸਦੇ ਪਤੀ ਦੇ ਪਲੰਘ ਦੇ ਕੋਲ ਟੰਗੀ ਹੋਈ ਹੈ। ਉਸਨੇ ਉਸ ਤਲਵਾਰ ਨੂੰ ਮਿਆਨ ਵਿੱਚੋਂ ਬਾਹਰ ਕੱਢਿਆ ਤਾਂ ਉਹ ਤਲਵਾਰ ਬਿਜਲੀ ਦੀ ਤਰ੍ਹਾਂ ਚਮਕਣ ਲੱਗੀ ਤੇ ਡਰ ਦੇ ਕਾਰਨ ਉਹ ਤਲਵਾਰ ਉਸਦੇ ਹੱਥੋਂ ਛੁੱਟ ਗਈ ਤੇ ਰਾਜਕੁਮਾਰ ਦੀ ਗਰਦਨ ਉੱਤੇ ਡਿੱਗ ਪਈ ਤੇ ਰਾਜਕੁਮਾਰ ਦੀ ਮੌਤ ਹੋ ਗਈ। ਤਾਂ ਰਾਜਕੁਮਾਰੀ ਆਪਣੇ ਪਤੀ ਦੀ ਮੌਤ ਦੇ ਕਾਰਨ ਬਹੁਤ ਦੁਖੀ ਹੋਈ ਤੇ ਉਹ ਇਹ ਸੋਚ ਕੇ ਵੀ ਬਹੁਤ ਡਰ ਗਈ ਕਿ ਜੇਕਰ ਮੈਂ ਸਾਰਿਆਂ ਨੂੰ ਸੱਚ ਦੱਸਾਂਗੀ ਤਾਂ ਕੋਈ ਮੇਰੀ ਗੱਲ ਦਾ ਯਕੀਨ ਨਹੀਂ ਕਰੇਗਾ ਤੇ ਕਿਤੇ ਇਸ ਦੇ ਕਾਰਨ ਰਾਜਾ ਮੈਨੂੰ ਫਾਂਸੀ ਹੀ ਨਾ ਦੇ ਦੇਵੇ। ਤਾਂ ਸਵੇਰ ਹੁੰਦੇ ਨਾਲ ਹੀ ਰਾਜਕੁਮਾਰੀ ਰੋਣ ਕੁਰਲਾਉਣ ਲੱਗੀ ਕਿ ਮੇਰੇ ਪਤੀ ਨੂੰ ਕੋਈ ਮਾਰ ਗਿਆ। ਉਸ ਦਾ ਰੋਣਾ ਸੁਣ ਕੇ ਰਾਜਾ ਤੇ ਹੋਰ ਲੋਕ ਇਕੱਠੇ ਹੋ ਗਏ। ਰਾਜਕੁਮਾਰੀ ਨੂੰ ਪੁੱਛਣ ਲੱਗੇ ਕਿ ਇਸ ਨੂੰ ਕਿਸ ਨੇ ਮਾਰਿਆ ਹੈ, ਤੂੰ ਕਿਸੇ ਨੂੰ ਦੇਖਿਆ ਹੈ? ਤਾਂ ਰਾਜਕੁਮਾਰੀ ਬੋਲੀ ਕਿ ਮੈਂ ਤਾਂ ਨਹਾਉਣ ਦੇ ਲਈ ਗਈ ਸੀ ਤੇ ਪਿੱਛੋਂ ਇਹਨਾਂ ਨੂੰ ਕੋਈ ਮਾਰ ਗਿਆ। ਤਾਂ ਰਾਜੇ ਨੇ ਪੁੱਛਿਆ ਕਿ ਤੂੰ ਉਸ ਦਾ ਚਿਹਰਾ ਦੇਖਿਆ ਹੈ? ਤਾਂ ਰਾਜਕੁਮਾਰੀ ਬੋਲੀ ਹਨੇਰਾ ਹੋਣ ਦੇ ਕਾਰਨ ਮੈਨੂੰ ਉਸ ਦਾ ਚਿਹਰਾ ਤਾਂ ਨਹੀਂ ਦਿਖਾਈ ਦਿੱਤਾ, ਪਰ ਉਹ ਭੱਜ ਕੇ ਹੁਣੇ ਹੀ ਮੰਦਿਰ ਦੇ ਵਿੱਚ ਗਿਆ ਹੈ। ਰਾਜਾ ਸਿਪਾਹੀਆਂ ਨੂੰ ਲੈ ਕੇ ਮੰਦਿਰ ਦੇ ਵਿੱਚ ਗਿਆ ਤਾਂ ਪੰਡਤ ਪੂਜਾ ਕਰ ਰਿਹਾ ਸੀ। ਪੰਡਤ ਇੰਨੀ ਸਵੇਰੇ ਸਵੇਰੇ ਰਾਜੇ ਨੂੰ ਸਿਪਾਹੀਆਂ ਦੇ ਨਾਲ ਦੇਖ ਕੇ ਥੋੜਾ ਘਬਰਾ ਗਿਆ ਤੇ ਰਾਜੇ ਨੇ ਪੰਡਤ ਦੀ ਘਬਰਾਹਟ ਦਾ ਗਲਤੀ ਮਤਲਬ ਕੱਢ ਲਿਆ। ਸੈਨਿਕਾਂ ਨੇ ਪੰਡਤ ਨੂੰ ਫੜ ਲਿਆ। ਪੰਡਤ ਨੇ ਬਹੁਤ ਕਿਹਾ ਕਿ ਮੈਂ ਰਾਜਕੁਮਾਰ ਨੂੰ ਨਹੀਂ ਮਾਰਿਆ, ਭਲਾ ਮੈਨੂੰ ਉਸ ਨੂੰ ਮਾਰ ਕੇ ਕੀ ਮਿਲੇਗਾ, ਪਰ ਉਸ ਦੀ ਗੱਲ ਤੇ ਕਿਸੇ ਨੇ ਯਕੀਨ ਨਹੀਂ ਕੀਤਾ। ਰਾਜੇ ਨੇ ਵੀ ਬਹੁਤ ਸੋਚ ਵਿਚਾਰ ਕੀਤੀ ਕਿ ਪੰਡਤ ਐਸਾ ਬੰਦਾ ਨਹੀਂ ਹੈ, ਇਹ ਨਿਰਦੋਸ਼ ਹੋ ਸਕਦਾ ਹੈ। ਪਰ ਸਾਰਿਆਂ ਨੇ ਬਹੁਤ ਜ਼ਿਆਦਾ ਫੋਰਸ ਕਰਨ ਤੇ ਰਾਜੇ ਨੇ ਪੰਡਤ ਨੂੰ ਕਿਹਾ ਕਿ ਮੈਂ ਤੈਨੂੰ ਆਪਣੇ ਬੇਟੇ ਦੀ ਮੌਤ ਦੇ ਕਾਰਨ ਫਾਂਸੀ ਤਾਂ ਨਹੀਂ ਦੇਵਾਂਗਾ, ਪਰ ਜਿਸ ਹੱਥ ਦੇ ਨਾਲ ਤੂੰ ਮੇਰੇ ਬੇਟੇ ਦੀ ਗਰਦਨ ਕੱਟੀ ਹੈ ਮੈਂ ਉਸ ਹੱਥ ਨੂੰ ਕੱਟਣ ਦਾ ਹੁਕਮ ਦਿੰਦਾ ਹਾਂ। ਐਸਾ ਕਹਿ ਕੇ ਰਾਜੇ ਨੇ ਉਸ ਦਾ ਹੱਥ ਕਟਵਾ ਦਿੱਤਾ। ਇਸ ਦੇ ਕਾਰਨ ਪੰਡਤ ਬਹੁਤ ਜ਼ਿਆਦਾ ਦੁਖੀ ਹੋਇਆ ਤੇ ਰਾਜੇ ਨੂੰ ਅਧਰਮੀ ਮੰਨਦੇ ਹੋਏ ਉਸ ਦਾ ਰਾਜ ਛੱਡ ਕੇ ਚਲਾ ਗਿਆ। ਉਹ ਪਰਮਾਤਮਾ ਨੂੰ ਕੋਸਣ ਲੱਗਾ ਤੇ ਕਹਿਣ ਲੱਗਾ ਕਿ ਪਰਮਾਤਮਾ, ਮੈਂ ਤੇਰੀ ਇੰਨੀ ਭਗਤੀ ਕੀਤੀ ਪਰ ਤੂੰ ਮੇਰੀ ਬਾਂਹ ਨਹੀਂ ਫੜੀ। ਉਸਨੇ ਫਿਰ ਖੋਜ ਕਰਨੀ ਸ਼ੁਰੂ ਕੀਤੀ ਕਿ ਕੋਈ ਐਸਾ ਪਹੁੰਚਿਆ ਹੋਇਆ ਸੰਤ ਮਿਲੇ ਜਿਸ ਤੋਂ ਮੈਂ ਇਸ ਗੱਲ ਦਾ ਪਤਾ ਲਗਾ ਸਕਾਂ ਕਿ ਮੈਨੂੰ ਇਹ ਦੰਡ ਕਿਸ ਲਈ ਮਿਲਿਆ ਹੈ। ਤੇ ਫਿਰ ਉਹ ਹਰਿਦੁਆਰ ਵਿੱਚ ਇੱਕ ਜੋਤਿਸ਼ ਨੂੰ ਮਿਲਿਆ ਤਾਂ ਉਸਨੇ ਜੋਤਿਸ਼ ਨੂੰ ਆਪਣੀ ਗੱਲ ਦੱਸਣੀ ਚਾਹੀ ਤਾਂ ਜੋਤਿਸ਼ ਨੇ ਕਿਹਾ ਕਿ ਹੁਣ ਮੇਰੇ ਕੋਲ ਸਮਾਂ ਨਹੀਂ ਹੈ, ਆ ਲੈ ਮੇਰਾ ਪਤਾ, ਕੱਲ ਨੂੰ ਤੂੰ ਮੇਰੇ ਘਰ ਆ ਜਾਵੀਂ, ਫਿਰ ਗੱਲਬਾਤ ਕਰਾਂਗੇ। ਤਾਂ ਪੰਡਤ ਦੂਜੇ ਦਿਨ ਜੋਤਿਸ਼ ਦੇ ਘਰ ਪਹੁੰਚਿਆ, ਪਰ ਜੋਤਿਸ਼ ਘਰ ਵਿੱਚ ਨਹੀਂ ਸੀ, ਉਸਦੀ ਪਤਨੀ ਘਰ ਵਿੱਚ ਸੀ। ਉਸਨੇ ਉਸਦੀ ਪਤਨੀ ਤੋਂ ਜੋਤਿਸ਼ ਬਾਰੇ ਪੁੱਛਿਆ ਤਾਂ ਜੋਤਿਸ਼ ਦੀ ਪਤਨੀ ਉਸਦੀ ਬੁਰਾਈ ਕਰਨ ਲੱਗੀ। ਇੰਨੇ ਵਿੱਚ ਉਹ ਜੋਤਿਸ਼ ਵੀ ਘਰ ਵਿੱਚ ਆ ਗਿਆ। ਉਸਦੇ ਘਰ ਆਉਣ ਤੇ ਵੀ ਉਸਦੀ ਪਤਨੀ ਨੇ ਉਸਦਾ ਤਿਰਸਕਾਰ ਕਰਨਾ ਬੰਦ ਨਹੀਂ ਕੀਤਾ, ਪਰ ਜੋਤਿਸ਼ ਚੁੱਪ ਰਿਹਾ ਤੇ ਪਤਨੀ ਨੂੰ ਕੁਝ ਨਹੀਂ ਬੋਲਿਆ। ਇਸ ਤੋਂ ਬਾਅਦ ਉਹ ਜੋਤਿਸ਼ ਆਪਣੀ ਗੱਦੀ ਉੱਤੇ ਬੈਠ ਗਿਆ ਤੇ ਪੰਡਤ ਨੂੰ ਪੁੱਛਣ ਲੱਗਾ ਕਿ ਹੁਣ ਦੱਸੋ ਤੁਸੀਂ ਕਿਸ ਤਰ੍ਹਾਂ ਆਏ। ਤਾਂ ਪੰਡਤ ਨੇ ਕਿਹਾ ਕਿ ਪੁੱਛਣ ਤਾਂ ਮੈਂ ਆਪਣੇ ਬਾਰੇ ਹੀ ਆਇਆ ਸੀ, ਪਰ ਪਹਿਲਾਂ ਤੂੰ ਦੱਸ ਕਿ ਤੇਰੀ ਪਤਨੀ ਤੇਰਾ ਇੰਨਾ ਅਪਮਾਨ ਕਿਉਂ ਕਰਦੀ ਹੈ। ਤਾਂ ਜਵਾਬ ਵਿੱਚ ਜੋਤਿਸ਼ ਨੇ ਕਿਹਾ ਕਿ ਇਹ ਮੇਰੀ ਪਤਨੀ ਨਹੀਂ ਬਲਕਿ ਮੇਰਾ ਕਰਮ ਹੈ। ਦੁਨੀਆ ਵਿੱਚ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਹੋਏ ਹਨ, ਮਾਂ ਬਾਪ, ਬੇਟਾ ਬੇਟੀ, ਭੈਣ ਭਰਾ ਜਾਂ ਕੋਈ ਹੋਰ ਰਿਸ਼ਤੇਦਾਰ, ਉਹ ਸਾਡਾ ਸਾਰਾ ਆਪਣਾ ਹੀ ਕਰਮ ਹੈ। ਸਾਡਾ ਕੀਤਾ ਹੋਇਆ ਕੋਈ ਵੀ ਕਰਮ ਚੰਗਾ ਜਾਂ ਮਾੜਾ, ਉਸ ਦਾ ਸਾਨੂੰ ਫਲ ਭੋਗਣਾ ਹੀ ਪੈਂਦਾ ਹੈ। ਇਸ ਲਈ ਮੈਂ ਆਪਣੇ ਕਰਮਾਂ ਨੂੰ ਖੁਸ਼ੀ-ਖੁਸ਼ੀ ਭੋਗ ਰਿਹਾ ਹਾਂ। ਤਾਂ ਪੰਡਤ ਨੇ ਪੁੱਛਿਆ ਕਿ ਤੂੰ ਐਸਾ ਕਿਹੜਾ ਕਰਮ ਕੀਤਾ ਹੈ। ਤਾਂ ਜੋਤਿਸ਼ ਨੇ ਦੱਸਿਆ ਕਿ ਪਿਛਲੇ ਜਨਮ ਵਿੱਚ ਮੈਂ ਇੱਕ ਕਾਂ ਸੀ ਤੇ ਮੇਰੀ ਪਤਨੀ ਇੱਕ ਗਧੀ ਸੀ ਜਿਸ ਦੇ ਲੱਕ ਉੱਤੇ ਇੱਕ ਫੋੜਾ ਸੀ ਤੇ ਫੋੜੇ ਦੇ ਵਿੱਚ ਕੀੜੇ ਪੈ ਗਏ ਸੀ, ਜਿਨ੍ਹਾਂ ਨੂੰ ਖਾਣ ਦੇ ਲਈ ਮੈਂ ਇਸ ਦੇ ਫੋੜੇ ਦੇ ਵਿੱਚ ਚੁੰਝਾਂ ਮਾਰਿਆ ਕਰਦਾ ਸੀ, ਜਿਸ ਦੇ ਕਾਰਨ ਇਸ ਨੂੰ ਨਾ ਸਹਿਣ ਵਾਲੀ ਪੀੜ ਬਰਦਾਸ਼ਤ ਕਰਨੀ ਪੈਂਦੀ ਸੀ। ਇੱਕ ਵਾਰੀ ਫੋੜੇ ਨੂੰ ਚੁੰਝ ਮਾਰਦੇ ਮਾਰਦੇ ਮੇਰੀ ਚੁੰਝ ਉਸ ਦੀ ਹੱਡੀ ਵਿੱਚ ਅਟਕ ਗਈ ਤੇ ਫਿਰ ਇਹ ਦਰਦ ਦੇ ਨਾਲ ਤੜਪਣ ਲੱਗੀ। ਮੈਂ ਵੀ ਚੁੰਝ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅੜ ਗਈ ਸੀ। ਤਾਂ ਫਿਰ ਇਸ ਨੇ ਸੋਚਿਆ ਕਿ ਮੈਂ ਪਾਣੀ ਵਿੱਚ ਡੁਬਕੀ ਲਗਾਉਂਦੀ ਹਾਂ। ਪਾਣੀ ਵਿੱਚ ਡੁੱਬਣ ਦੇ ਕਾਰਨ ਇਹ ਕਾਂ ਆਪਣੀ ਚੁੰਝ ਕੱਢ ਕੇ ਉੱਡ ਜਾਵੇਗਾ ਤੇ ਇਸ ਨੇ ਗੰਗਾ ਨਦੀ ਵਿੱਚ ਛਾਲ ਮਾਰ ਦਿੱਤੀ। ਪਰ ਗੰਗਾ ਨਦੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਅਸੀਂ ਦੋਵੇਂ ਹੀ ਡੁੱਬ ਗਏ ਤੇ ਮਰ ਗਏ।
ਤਾਂ ਗੰਗਾ ਜਲ ਦੇ ਪ੍ਰਭਾਵ ਦੇ ਕਾਰਨ ਇਹ ਤਾਂ ਪੰਡਤਨੀ ਬਣੀ ਤੇ ਮੈਂ ਬਹੁਤ ਵੱਡਾ ਜੋਤਿਸ਼ ਬਣਿਆ ਤੇ ਅੱਜ ਇਹ ਮੇਰੀ ਪਤਨੀ ਬਣੀ ਹੈ, ਜੋ ਕੁਝ ਸਮਾਂ ਮੈਨੂੰ ਗਾਲਾਂ ਕੱਢੇਗੀ, ਮੈਨੂੰ ਦੁੱਖ ਦੇਵੇਗੀ, ਪਰ ਮੈਂ ਚੁੰਝਾਂ ਇਸ ਨੂੰ ਦਰਦ ਦੇਣ ਦੇ ਲਈ ਨਹੀਂ ਮਾਰੀਆਂ ਸਨ। ਇਸ ਲਈ ਇਸ ਦੀ ਸਮਝ ਇੱਕ ਨਾ ਇੱਕ ਦਿਨ ਆਪੇ ਹੀ ਠੀਕ ਹੋ ਜਾਵੇਗੀ ਤੇ ਆਪਣੇ ਪਿਛਲੇ ਕਰਮ ਦਾ ਫਲ ਸਮਝ ਕੇ ਮੈਂ ਇਸ ਨੂੰ ਸਹਿਣ ਕਰ ਰਿਹਾ ਹਾਂ ਤੇ ਮੈਂ ਇਸ ਲਈ ਵੀ ਸ਼ਾਂਤ ਹਾਂ ਕਿਉਂਕਿ ਜਿਸ ਦਿਨ ਇਸ ਦਾ ਮੇਰੇ ਨਾਲ ਲੇਖਾ ਜੋਖਾ ਪੂਰਾ ਹੋ ਗਿਆ, ਇਸ ਦਾ ਸੁਭਾਅ ਮੇਰੇ ਪ੍ਰਤੀ ਬਿਲਕੁਲ ਚੰਗਾ ਹੋ ਜਾਵੇਗਾ। ਹੁਣ ਤੂੰ ਆਪਣੇ ਬਾਰੇ ਦੱਸ, ਤੂੰ ਕਿਸ ਲਈ ਆਇਆ ਹੈ? ਤਾਂ ਪੰਡਤ ਨੇ ਆਪਣੀ ਸਾਰੀ ਕਹਾਣੀ ਜੋਤਿਸ਼ ਨੂੰ ਸੁਣਾਈ ਤੇ ਪੁੱਛਿਆ ਕਿ ਪਾਪੀ ਰਾਜੇ ਨੇ ਮੇਰਾ ਹੱਥ ਕਿਉਂ ਕਟਵਾ ਦਿੱਤਾ। ਤਾਂ ਜੋਤਿਸ਼ ਨੇ ਕਿਹਾ ਕਿ ਰਾਜੇ ਨੇ ਤੇਰਾ ਹੱਥ ਨਹੀਂ ਕਟਵਾਇਆ, ਬਲਕਿ ਤੇਰੇ ਕਰਮਾਂ ਨੇ ਹੀ ਤੇਰਾ ਹੱਥ ਕਟਵਾਇਆ ਹੈ। ਇਸ ਉੱਤੇ ਪੰਡਤ ਬੋਲਿਆ ਕਿ ਮੈਂ ਐਸਾ ਕਿਹੜਾ ਕਰਮ ਕੀਤਾ ਹੈ? ਤਾਂ ਜੋਤਿਸ਼ ਨੇ ਕਿਹਾ ਕਿ ਪਿਛਲੇ ਜਨਮ ਵਿੱਚ ਤੂੰ ਇੱਕ ਤਪਸਵੀ ਸੀ ਤੇ ਰਾਜਕੁਮਾਰੀ ਇੱਕ ਗਾਂ ਸੀ ਤੇ ਰਾਜਕੁਮਾਰ ਇੱਕ ਕਸਾਈ ਸੀ। ਤੇ ਜਦੋਂ ਕਸਾਈ ਨੂੰ ਗਊ ਮਾਸ ਦੇ ਲਈ ਇੱਕ ਗਾਂ ਦੀ ਲੋੜ ਸੀ ਤਾਂ ਉਹ ਗਾਂ ਨੂੰ ਲੱਭਦਾ ਲੱਭਦਾ ਜੰਗਲ ਵੱਲ ਆਇਆ ਤੇ ਉਸਨੇ ਇੱਕ ਗਾਂ ਨੂੰ ਫੜ ਲਿਆ ਤੇ ਜਦੋਂ ਉਹ ਗਾਂ ਨੂੰ ਮਾਰਨ ਲੱਗਾ ਤਾਂ ਗਾਂ ਡਰ ਕੇ ਜੰਗਲ ਵਿੱਚ ਭੱਜ ਗਈ ਤੇ ਭੱਜਦੀ ਭੱਜਦੀ ਗਾਂ ਤੇਰੇ ਅੱਗੋਂ ਗੁਜ਼ਰੀ। ਪਿੱਛੇ ਹੀ ਉਹ ਕਸਾਈ ਆ ਗਿਆ ਤੇ ਉਸਨੇ ਤੈਨੂੰ ਪੁੱਛਿਆ ਕਿ ਗਾਂ ਕਿੱਧਰ ਗਈ ਹੈ, ਤਾਂ ਉਸਨੂੰ ਤੂੰ ਆਪਣੇ ਸੱਜੇ ਹੱਥ ਦਾ ਇਸ਼ਾਰਾ ਕਰਕੇ ਦੱਸਿਆ ਕਿ ਗਾਂ ਇਸ ਪਾਸੇ ਗਈ ਹੈ ਤੇ ਫਿਰ ਕਸਾਈ ਨੇ ਜਾ ਕੇ ਉਸ ਗਾਂ ਨੂੰ ਮਾਰ ਦਿੱਤਾ। ਇੰਨੇ ਵਿੱਚ ਜੰਗਲ ਵਿੱਚੋਂ ਇੱਕ ਸ਼ੇਰ ਆਇਆ, ਗਾਂ ਤੇ ਕਸਾਈ ਦੋਹਾਂ ਨੂੰ ਹੀ ਖਾ ਗਿਆ ਤੇ ਫਿਰ ਕਸਾਈ ਨੂੰ ਰਾਜਕੁਮਾਰ ਦੇ ਰੂਪ ਵਿੱਚ ਜਨਮ ਮਿਲਿਆ ਤੇ ਗਾਂ ਨੂੰ ਰਾਜਕੁਮਾਰੀ ਦੇ ਰੂਪ ਵਿੱਚ ਜਨਮ ਮਿਲਿਆ। ਪਿਛਲੇ ਜਨਮਾਂ ਦੇ ਕਰਮਾਂ ਦੇ ਲੇਖੇ ਜੋਖੇ ਲਈ ਕੁਦਰਤ ਨੇ ਉਹਨਾਂ ਨੂੰ ਇੱਕ ਰਾਤ ਦੇ ਲਈ ਇਕੱਠੇ ਕੀਤਾ। ਕਿਉਂਕਿ ਕਸਾਈ ਨੇ ਗਾਂ ਨੂੰ ਕਾਪੇ ਦੇ ਨਾਲ ਮਾਰਿਆ ਸੀ, ਇਸ ਲਈ ਰਾਜਕੁਮਾਰੀ ਦੇ ਹੱਥੋਂ ਤਲਵਾਰ ਡਿੱਗਣ ਦੇ ਕਾਰਨ ਰਾਜਕੁਮਾਰ ਦੀ ਗਰਦਨ ਕੱਟ ਗਈ ਤੇ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਆਪਣਾ ਫਲ ਦੇ ਕੇ ਕਰਮਾਂ ਦਾ ਲੇਖਾ ਜੋਖਾ ਪੂਰਾ ਹੋ ਗਿਆ ਤੇ ਤੂੰ ਜਿਸ ਹੱਥ ਨਾਲ ਇਸ਼ਾਰਾ ਕੀਤਾ ਸੀ ਉਸੇ ਪਾਪ ਕਰਮ ਨੇ ਹੀ ਤੇਰਾ ਹੱਥ ਕਟਵਾਇਆ ਹੈ। ਇਹਦੇ ਵਿੱਚ ਕੋਈ ਹੋਰ ਦੋਸ਼ੀ ਨਹੀਂ ਹੈ ਤੇ ਇਸ ਵਿੱਚ ਸਿਰਫ ਤੇਰਾ ਖੁਦ ਦਾ ਹੀ ਦੋਸ਼ ਹੈ। ਦੋਸਤੋ, ਜੇਕਰ ਅਸੀਂ ਇਸ ਕਰਮ ਦੇ ਸਿਧਾਂਤ ਨੂੰ ਸਮਝ ਲਈਏ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਮੁਸ਼ਕਲ ਤੋਂ ਮੁਸ਼ਕਲ ਸਮੇਂ ਵਿੱਚ ਵੀ ਦੁਖੀ ਨਹੀਂ ਹੋਵਾਂਗੇ ਤੇ ਹਮੇਸ਼ਾ ਚੰਗੇ ਕਰਮ ਕਰਾਂਗੇ ਤੇ परमात्मा ਦੇ ਰਾਹ ਤੇ ਚੱਲਾਂਗੇ। सो दोस्तों, इसी जन्म में ये दो काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, ਇੱਥੇ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।